हेलो दोस्तों, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਵੇਂ ਟੌਪਿਕ ਤਿਕੋਣਾਂ ਦੀ ਸਰਵੰਗ ਸਮਤਾ ਕੌਂਗਰੂਐਂਸੀ ਆਫ ਟ੍ਰਾਇੰਗਲਸ। 7ਵੀਂ ਕਲਾਸ ਤੋਂ ਆਲਰੇਡੀ ਆਪਾਂ ਇਸ ਦੇ ਬਾਰੇ ਪੜ੍ਹਦੇ ਆ ਰਹੇ ਹਾਂ। ਇੱਥੇ ਆਪਾਂ ਇਸ ਦੀ ਬੜੀ ਡਿਟੇਲ ਦੇ ਵਿੱਚ ਚਰਚਾ ਕਰਾਂਗੇ। ਤਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਸਭ ਤੋਂ ਪਹਿਲਾ ਟਾਰਗੇਟ ਸਰਵੰਗ ਸਮ ਦਾ ਹੈ ਕਿ ਸਰਵੰਗ ਸਮ ਹੁੰਦਾ ਕੀ ਹੈ। ਸਭ ਤੋਂ ਪਹਿਲੀ ਗੱਲ ਇਹਦੇ ਵਿੱਚ ਦੇਖੋ, ਤੋੜ ਕੇ ਅਗਰ ਮੈਂ ਸ਼ਬਦ ਬਣਾਵਾਂ ਸਰਬ ਅੰਗ ਸਮ, ਤਾਂ ਇਹ ਤਿੰਨ ਸ਼ਬਦਾਂ ਤੋਂ ਮਿਲ ਕੇ ਬਣਿਆ ਸਰਬ ਅੰਗ ਸਮ। ਸਰਬ ਦਾ ਮਤਲਬ ਸਾਰੇ, ਅੰਗ ਦਾ ਮਤਲਬ ਹਿੱਸੇ, ਸਮ ਦਾ ਮਤਲਬ ਬਰਾਬਰ। ਜਦੋਂ ਸਾਰੇ ਹਿੱਸੇ ਬਰਾਬਰ ਹੁੰਦੇ ਨੇ, ਆਪਾਂ ਕਹਿੰਦੇ ਬਿਲਕੁਲ ਇੱਕੋ ਨਾਲ ਦੇ ਹੁੰਦੇ ਨੇ, ਉਹਨਾਂ ਨੂੰ ਕੀ ਬੋਲਦੇ ਆ ਆਪਾਂ ਮੈਥ ਦੀ ਭਾਸ਼ਾ 'ਚ ਸਰਵੰਗ ਸਮ ਜਾਂ ਕੌਂਗਰੂਐਂਟ, ਇਹ ਬੋਲਦੇ ਆ ਆਪਾਂ। ਹੁਣ ਆਪਾਂ ਜੋ ਗੱਲ ਕਰਨੀ ਹੈ ਤਾਂ ਸਰਵੰਗ ਸਮ ਦਾ ਸਿਸਟਮ ਕੀ ਹੋਇਆ। ਮੈਂ ਛੋਟੀ ਜਿਹੀ ਉਦਾਹਰਨ ਲੈ ਕੇ ਚੱਲਦਾ ਤੁਹਾਡੇ ਕੋਲੇ। ਆਪਣੇ ਕੋਲੇ ਦੋ ਹੱਥ ਨੇ, ਦੇਖੋ ਆਪਣੇ ਦੋਹਾਂ ਦੇ ਦੋ ਹੱਥ ਨੇ ਜੋ ਆਪਣੇ, ਇਹ ਦੋਨੋਂ ਹੱਥ ਆਪਣੇ ਸਰਵੰਗ ਸਮ ਨੇ। ਕਿਉਂ? ਕਾਰਨ 5 ਉਂਗਲਾਂ ਇੱਧਰ ਹੈ, 5 ਉਂਗਲਾਂ, ਮੈਂ 5 ਉਂਗਲਾਂ ਦੀ ਗੱਲ ਕਰਦੇ ਹਾਂ। ਕਈ ਵਾਰ ਕਿਸੇ ਦੇ 6ਵੀਂ ਉਂਗਲ ਹੁੰਦੀ ਹੈ, ਨਹੀਂ, ਆਪਾਂ ਜਦੋਂ ਦੋਨਾਂ 'ਚ 5 ਉਂਗਲਾਂ ਨੇ ਤਾਂ ਇਹ ਸਰਵੰਗ ਸਮ ਹੈ। ਕਾਰਨ ਕੀ ਹੈ? ਜਦੋਂ ਮੈਂ ਇਹਦੇ ਉੱਪਰ ਇੱਕ ਹੱਥ ਦੇ ਉੱਪਰ ਦੂਜਾ ਹੱਥ ਰੱਖੂੰਗਾ, ਦਿਖ ਰਿਹਾ ਨਾ, ਤਾਂ ਸਿਰਫ ਆਪਾਂ ਨੂੰ ਸਾਹਮਣੇ ਵਾਲਾ ਹੱਥ ਦਿਖਣਾ ਹੈ, ਪਿਛਲਾ ਹੱਥ ਨਹੀਂ ਦਿਖਣਾ ਨਹੀਂ, ਤਾਂ ਇਹ ਸਰਵੰਗ ਸਮ ਹੈ। अंगूठा साइज बराबर, आहा उंगल साइज बराबर, मिडल फिंगर साइज बराबर, हरेक दा साइज बराबर है, हरेक हिस्सा इहदा आपस च बराबर है, तो यदा मतलब ये की ने सर्वंग सम ने। तो ਜਿਹੜੇ दोनों हत्थ ने अपने, दोने अखां ने, दो लत्तां ने, क्योंकि दोने इकट्ठियां चल रही ने चीज़ां अपनियां, ये आपस दे विच की ने सर्वंग सम ने। ते अज आपां जो गल करनी है, आपां गल करनी है तिकोणा दी सर्वंग समता। तो क्लीयर है, जदों आपां तिकोणा दी सर्वंग समता दी गल करदे हां तां आपां दो तिकोणा ते गल करांगे। दो तिकोणा ते गल करांगे। दो तिकोणा आपस दे विच सर्वंग सम किस टाइम हुंदियां ने, बराबर किस टाइम हुंदियां ने? जदों। हुण उस तो पहला तिकोण दे मैं हिस्सियां दी गल करदा। एक तिकोण दे विच किन्ने भाग या हिस्से हुंदे ने? 6 भाग हुंदे हन। ਉਹ 6 ਦੇ ਵਿੱਚ 3 ਕੋਣ ਅਤੇ 3 ਭੁਜਾਵਾਂ। ਤਾਂ ਤਿਕੋਣ ਦੇ ਵਿੱਚ ਆਪਣੇ ਕੋਲੇ ਦੋ ਤਰ੍ਹਾਂ ਦੇ ਹਿੱਸੇ ਚੱਲਦੇ ਨੇ, ਕੋਣ ਅਤੇ ਭੁਜਾਵਾਂ। ਤਾਂ ਜਦੋਂ ਆਪਾਂ ਦੋ ਤਿਕੋਣਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਤਿਕੋਣ ਦੇ ਸਾਰੇ ਕੋਣ ਅਤੇ ਭੁਜਾਵਾਂ दूसरी तिकोण दे संगत कोना अते भुजावां दे बराबर होवे तां तिकोणा की हुंदियां ने? सर्वंग सम हुंदियां ने। एक तिकोण दे सारे कोण ਅਤੇ ਭੁਜਾਵਾਂ ਦੂਜੇ ਤਿਕੋਣ ਦੇ ਸੰਗਤ ਕੋਣਾਂ ਅਤੇ ਭੁਜਾਵਾਂ ਦੇ ਬਰਾਬਰ ਹੋਵੇ ਤਾਂ ਜੋ ਤਿਕੋਣਾਂ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ? ਸਰਵੰਗ ਸਮ। ਇੱਥੇ ਵੀ ਇੱਕ ਸ਼ਬਦ ਪਾਇਆ ਮੈਨੇ, ਸੰਗਤ। ਇਹ ਬੜਾ ਇੰਪੋਰਟੈਂਟ ਸ਼ਬਦ ਹੈ। ਸੰਗਤ ਦਾ ਮਤਲਬ ਕੀ ਹੈ? ਇੱਥੇ ਜਿਹੜੀ ਸਭ ਤੋਂ ਇੰਪੋਰਟੈਂਸ ਇਹਦੀ ਹੈਗੀ ਹੈ, ਕਿਉਂਕਿ ਸਰਵੰਗ ਸਮਤਾ ਨੂੰ ਸਮਝਣ ਦੇ ਲਈ ਤੁਹਾਨੂੰ ਸੰਗਤ ਸ਼ਬਦ ਸਮਝਣਾ ਬਹੁਤ ਜ਼ਰੂਰੀ ਹੈ, ਜਿਹਨੂੰ ਆਪਾਂ ਬੋਲਦੇ ਹਾਂ ਕੋਰਸਪੋਂਡਿੰਗ। ਕਿਉਂਕਿ ਇੰਗਲਿਸ਼ ਦੇ ਵਿੱਚ ਕੀ ਹੋ ਗਿਆ, all angles and sides of a triangle is corresponding equal to the angles and sides of another triangle, then the triangles are called congruent.
ਤਾਂ ਇਹ ਵਰਡ ਹੈ ਜੋ ਸੰਗਤ ਵਾਲਾ, ਇਹਦਾ ਮਤਲਬ ਕੀ ਹੈ? ਮੈਂ ਹੁਣੇ ਉਦਾਹਰਨ ਲਈ ਸੀ ਹੱਥਾਂ ਦੀ, ਇਹਦਾ ਮਤਲਬ ਕੀ ਹੈ? ਦੇਖੋ ਹੁਣ ਮੈਂ ਸਮਝਾਣਾ, ਬੜੀ ਇੰਪੋਰਟੈਂਟ। ਮੈਂ ਦੋ ਤਿਕੋਣਾ ਬਣਾ ਰਿਹਾ ਇੱਥੇ, ਫਿਰ ਮੈਂ ਹੱਥਾਂ ਦੀ ਐਗਜ਼ਾਮਪਲ ਤੋਂ ਲੈ ਕੇ ਚੱਲਦਾ। ਆਪ ਪੂਜਾ ਮੰਨ ਲਓ ਇਹਦੇ ਬਰਾਬਰ ਆ ਗਈ, ਆਪ ਪੂਜਾ ਇਹਦੇ ਬਰਾਬਰ ਆ ਗਈ, ਆਪ ਪੂਜਾ ਇਹਦੇ ਬਰਾबर आ गई, ठीक। और आ पूजा ਇਹਦੇ ਬਰਾबर आ गई, आह मन लो ਇਹਦੇ ਬਰਾबर आ गई, आह मन लो ਇਹਦੇ ਬਰਾबर आ गई। तो उरे मैं दो केस लेके चलिया, पहला केस यह, दूसरा केस यह। तो सब तो पहला क्वेश्चन, पहला जोड़ा कि यह सर्वंगसम है, हाँ या ना? हाँ। दूजा जोड़ा कि यह सर्वंगसम है, हाँ या ना? तो तुहाडे किसे कईयां दे मन चल सकदा भी ये सर्वंगसम नहीं, नहीं ये सर्वंगसम है क्या? कारण तुसी अपने दिमाग च कई बार पता की चलदा है, खब्बा खब्बे नाल, सज्जा सज्जे नाल, निचला निचले नाल। नहीं, संगत का मतलब की ही है एक दा एक नाल। संगत का मतलब यह है, मतलब एक भुजाए दी, एक भुजाए दी वो कोई भी होवे, खब्बे खब्बे तो कोई मतलब नहीं, एक भुजाए दी ते एक भुजाए दी वो किते भी हो सकती है। दूजी भुजाए दी, दूसरी भुजा इसदी, सेम तीसरी भुजा। क्यों? ਆਪਾਂ दो हत्थों की गल की सी, यह सर्वंगसम है, ठीक। पर जे मैं एक हथ की दिशा बदलदा कि इस ते कोई फर्क पै जाऊगा? नहीं फर्क पैना, सर्वंगसम तो फिर भी रहणगे। हुण मैं इधरों यदी बदलती, नहीं फर्क पैना। आपां इहनूं उल्टा करता, नहीं फर्क पैना। तो वो तो आपां दिशा बदल रहे हैं हत्थां दी, दोने हथ तो उही ने ना अपने, कि दिशा बदलन दे नाल, हथ नूं घुमाउण दे नाल कि हत्थां दी शक्ल या शेप ते कोई फर्क पैंदा है? नहीं पैंदा। तो यदा मतलब यही है कि यह सर्वंगसम ने। तो संगत का मतलब की है, अगर इत्थे अंगूठा है तो वह अंगूठा किते भी हो सकता, तुसी हथ नूं जिथे मर्जी घुमा दो, एक अंगूठा एक अंगूठा, आह उंगल यह उंगल, एक पूजा दे नाल एक पूजा, दूजी पूजा दे नाल दूजी, खब्बे खब्बे सज्जे सज्जे तो कोई मतलब नहीं हैगा। सेम कोना दा, एक कोण दे नाल एक कोण, दूजे कोण दे नाल दूजा, वो किसी भी दिशा च हो सकता है, तीसरे कोण दे नाल तीसरा कोण। तो उस कंडीशन दे विच तिकोना की हुंदियां ने? सर्वंगसम हुंदियां ने। तो एक सब तो इंपॉर्टेंट चीज़ इत्थे की आनी है, हुण सर्वंगसम दा सब तो वड्डी गल, सर्वंगसम दा निशान। जो दा निशान है वह है, ये दो तो मिलके बने हैं, एक बराबर तो एक इस तो। ये बराबर का निशान हुंदा है, ये समरूप का निशान हुंदा है। तो फिर बराबर का मतलब हो गया साइज बराबर है। हुण अगर मैं मेरा हथ ते तुहाडे हथ की गल करा, देखो इत्थे तो मैं अपने दो हथों की गल कर रहा ना, तो एक हथ मैं अपना ले लिया, एक हथ मैं तुहाडा ले रहा, तो उससे फर्क की होना? साइज का। मेरा हथ वड्डा है, तुहाडा हथ की होना? छोटा आना है। तो यदा मतलब साइज बराबर भी होना चाहिए, नंबर एक। नंबर दो, समरूप का मतलब इक्को नाल दा होना चाहिए, जिवें इत्थे है इक्को नाल दा, देखण च इक्को नाल दा होना चाहिए। तो दोने केस मिलके की बनाते हैं? सर्वंगसम बनाते हैं। हुण अगर मैं अपना हथ ते तुहाडा हथ लवां तो वह की है? साइज नहीं बराबर होना, पर उन्हें शक्ल इक्को जी कि समरूप होणगे, जिहदी आपां गल 10वीं क्लास दे विच करांगे। अगली क्लास दे विच आपां समरूपता ते गल करांगे। हुण आपां जो गल कर रहे हैं, आपां किस दी गल कर रहे हैं? सर्वंगसमता दी, जिहड़ा आकार साइज भी बराबर है ते शक्ल भी बराबर है समरूपता दी। तो यह हो गया अपना सर्वंगसम दा। ते हुण संगत नूं समझण दे लई एक इंपॉर्टेंट चीज़ ते आपां होर गल करदे हां, क्योंकि टॉपिक उस टाइम समझ आऊ जो आपां नूं क्लीयर होना है कॉन्सैप्ट की है। देखो आ दो तिकोना ने, आपां नाम दे रहे हैं ABC DEF। तो मान लो आ इहदे बराबर होगी, आ इहदे बराबर होगी, मैं डबल निशान पाता, आ इहदे बराबर होगी। तो फिर इत्थे की आया अपने कोले? AB किहदे बराबर है?
EF ਦੇ, BC किहदे बराबर है DE या ED ਦੇ, AC किहदे बराबर है DF ਦੇ। ਤਾਂ ਜਦੋਂ ਆਪਾਂ ਨੂੰ ਭੁਜਾਵਾਂ ਦਾ ਪਤਾ ਲੱਗ ਗਿਆ ਨਾ, ਜਦੋਂ ਆਪਾਂ ਨੂੰ ਪਤਾ ਲੱਗ ਗਿਆ ਜਿਹੜੀਆਂ ਭੁਜਾਵਾਂ ਬਰਾਬਰ ਹੈ, ਤਾਂ ਇਹਨਾਂ ਦੀ ਸਹਾਇਤਾ ਨਾਲ ਕੋਣ ਕਿਵੇਂ ਕੱਢਣੇ ਨੇ, ਜਿਹੜੀ ਇਹਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜੋ ਤੁਹਾਨੂੰ ਕੰਮ ਆਣੀ ਹੈ। ਇਹ ਪਹਿਲਾ ਸੰਗਤ ਜੋੜਾ ਹੈ ਭੁਜਾਵਾਂ ਦਾ, ਠੀਕ। ਅਗਰ ਇਹ ਪਹਿਲਾ ਜੋੜਾ ਹੈ ਤਾਂ ਇਹਦੇ ਸਾਹਮਣੇ ਵਾਲੇ ਕੌਣ ਸੰਗਤ ਹੋਣਗੇ, ਮਤਲਬ AB ਦੇ ਸਾਹਮਣੇ EF ਦੇ, AB ਦੇ ਸਾਹਮਣੇ ਕੌਣ C ਆ ਗਿਆ, ਉਹਦਾ ਸੰਗਤ, ਕਿਉਂਕਿ AB ਦੇ ਨਾਲ EF ਬਰਾਬਰ ਹੈ ਤਾਂ EF ਦਾ ਸੰਗਤ ਕਿਹੜਾ ਆ ਗਿਆ, ਕੋਣ D ਆ ਗਿਆ। ਤਾਂ ਕੋਣ ਤੇ C ਤੇ ਕੋਣ D ਆਪਸ ਕੀ ਹੋਣਗੇ, ਬਰਾਬਰ, ਇਹ ਇਹਦੇ ਸੰਗਤ ਕੋਣ ਬਣਨਗੇ। BC, BC ਦੇ ਸਾਹਮਣੇ ਕੀ ਗਿਆ, ਕੋਣ A। DE, DE ਦੇ ਸਾਹਮਣੇ ਆ ਗਿਆ ਕੋਣ F, ਤਾਂ ਕੋਣ A ਤੇ ਕੋਣ F ਕੀ ਹੋਣਗੇ, ਸੰਗਤ ਹੋਣਗੇ, ਆਪਸ ਵਿੱਚ ਬਰਾਬਰ ਹੋਣਗੇ। AC ਤੀਜਾ ਬਚ ਗਿਆ, AC ਦੇ ਸਾਹਮਣੇ ਆ ਗਿਆ ਕੋਣ B, DF ਦੇ ਸਾਹਮਣੇ ਆ ਗਿਆ ਕੋਣ E। ਤਾਂ ਅਗਰ ਭੁਜਾਵਾਂ ਦਾ ਪਤਾ ਲੱਗ ਗਿਆ ਆਪਾਂ ਕੋਣ ਕੱਢ ਸਕਦੇ ਹਾਂ, ਤੇ ਜੇ ਕੋਣ ਦਾ ਆ ਗਿਆ ਤਾਂ ਓਬਵੀਅਸਲੀ ਆਪਾਂ ਉਲਟਾ ਕਰ ਦਾਂਗੇ, ਆਪਾਂ ਭੁਜਾਵਾਂ ਕੱਢ ਸਕਦੇ ਹਾਂ। ਇਹ ਹੋ ਗਿਆ ਅਗਰ ਆਪਾਂ ਨੂੰ ਆਰਡਰ ਸਮਝ ਨਹੀਂ ਆ ਰਿਹਾ, ਅਗਰ ਆਰਡਰ ਨੂੰ ਆਪਾਂ ਆਪਦੇ ਹਿਸਾਬ ਨਾਲ ਲੈਣਾ ਹੈ। ਪਰ ਜਦੋਂ ਆਰਡਰ ਲਿਖਿਆ ਗਿਆ, ਦੇਖੋ ਤਿਕੋਣ ਇੱਥੋਂ ਲਿਖ ਰਿਹਾ ਮੈਂ, ਤੁਸੀਂ ਇੱਕ ਦਾ ਨਾਮ ਦੇ ਲਓ, ਮੈਂ ABC ਦਾ ਦੇਤਾ, ਕੋਈ ਵੀ ਇੱਕ ਨਾਮ ਦੇ ਲਓ। ਹੁਣ A ਦਾ ਸੰਗਤ ਕਿਹੜਾ ਚੱਲ ਰਿਹਾ, F, A ਦਾ ਸੰਗਤ F, B ਦਾ ਸੰਗਤ E, C ਦਾ ਸੰਗਤ D। ਤਾਂ ਤਿਕੋਣ ABC ਕਿਸ ਦੇ ਸਰਵੰਗ ਸਮ ਹੋਣੀ ਹੈ, FED ਦੇ। ਇਹ ਚੀਜ਼ ਦੇਖੋ, ਇੱਥੇ ਆਪਾਂ ਗੱਲ ਕੀਤੀ ਹੈ ਅਗਰ ਆਪਾਂ ਨੂੰ ਆਰਡਰ ਨਹੀਂ ਪਤਾ, ਤਿਕੋਣਾਂ ਬਾਰੇ ਨਹੀਂ ਪਤਾ, ਤਿਕੋਣ ਨੂੰ ਕਿਵੇਂ ਲਿਖਣਾ ਹੈ, ਕਿਉਂਕਿ ਇੱਥੇ ਆਪਣੀ ਮਰਜ਼ੀ ਨਹੀਂ ਹੈਗੀ ਆਪਾਂ ABC DEF ਲਿਖ ਦਈਏ ਜਾਂ EDF ਲਿਖ ਦਈਏ, ਜੋ ਵੀ ਆਪਾਂ ਆਪਦੀ ਮਰਜ਼ੀ ਨਾਲ ਨਹੀਂ ਲਿਖ ਸਕਦੇ। ਕਾਰਨ ਜਦੋਂ ਆਪਾਂ ਸਰਵੰਗ ਸਮ ਵਿੱਚ ਲਿਖਣਾ ਹੈ ਤਾਂ ਖਾਸੀਅਤ ਕੀ ਹੈ, ਪਹਿਲਾ ਪਹਿਲੇ ਦੇ ਸੰਗਤ ਹੈ, ਦੂਜਾ ਕੋਣ ਦੂਜੇ ਕੋਣ ਦੇ ਸੰਗਤ ਹੈ, ਤੀਜਾ ਕੋਣ ਤੀਜੇ ਕੋਣ ਦੇ ਸੰਗਤ ਹੈ। ਇਹਦੀ ਖਾਸੀਅਤ ਆਪਾਂ ਪਿਛਲੀਆਂ ਕਲਾਸਾਂ 'ਚ ਕੀਤੀ ਹੋਈ ਹੈ, ਕਿਉਂ ਪਿਛਲੀਆਂ ਕਲਾਸਾਂ 'ਚ ਆਪਾਂ ਕੁਐਸਚਨ ਕਰਦੇ ਹੁੰਦੇ ਸੀ ਖਾਲੀ ਥਾਵਾਂ ਵਾਲੇ, ਸਰਵੰਗ ਸਮਤਾ ਵਾਲੇ। ਆਪਾਂ ਨੂੰ ਅਗਰ ਇੱਕ ਜੋੜਾ ਦੇ ਦਿੰਦੇ ਸੀ ਤਿਕੋਣ ABC, ਮੰਨ ਲਓ ਸਰਵੰਗ ਸਮ ਹੈ DFE, ਤਾਂ ਯਾਦ ਕਰੋ AB ਪਹਿਲਾ ਦੂਜਾ DF ਭੁਜਾ ਦੇ ਬਰਾਬਰ, BC ਦੂਸਰਾ ਤੀਸਰਾ FE ਦੇ ਬਰਾਬਰ, AC ਪਹਿਲਾ ਤੀਜਾ ਆਪਾਂ ਇਸ ਅਕੋਰਡਿੰਗ ਲਿਖਦੇ ਹੁੰਦੇ ਸੀ। ਕਿਉਂ ਲਿਖਦੇ ਹੁੰਦੇ ਸੀ, ਆਪਾਂ ਸੋਚਦੇ ਨੇ ਕਿਉਂਕਿ ਸੰਗਤ ਨੇ। ਕੋਣ A ਬਰਾਬਰ ਕੋਣ D, ਕੋਣ B ਬਰਾਬਰ ਕੋਣ F, ਕੋਣ C ਬਰਾਬਰ ਕੋਣ E। ਤਾਂ ਇਹ ਆਪਣੇ ਕੋਲੇ ਇਹਦੇ ਸੰਗਤ ਹਿੱਸੇ ਨੇ, ਜਿਹਨੂੰ ਬੋਲਦੇ ਆ ਆਪਾਂ CPCT, corresponding parts of congruent triangles। congruent triangles मतलब ਸਰਵੰਗ ਸਮ ਤਿਕੋਣਾ ਦੇ ਸੰਗਤ ਭਾਗ, ਇਹ ਹੁੰਦਾ CPCT। ਜਦੋਂ ਆਪਾਂ ਨੂੰ ਤਿੰਨ ਭੁਜਾਵਾਂ ਦਾ ਪਤਾ ਲੱਗ ਗਿਆ, ਭੁਜਾਵਾਂ ਦੇ ਜੋੜਿਆਂ ਦਾ ਪਤਾ ਲੱਗ ਗਿਆ, ਤਾਂ ਬੜੀ ਆਸਾਨੀ ਦੇ ਨਾਲ ਆਪਾਂ ਕੋਣ ਕੱਢ ਸਕਦੇ ਹਾਂ, ਕਿਉਂਕਿ ਉਹਦੇ ਸਾਹਮਣੇ ਹੁੰਦੇ ਨੇ। ਤੇ ਜੇ ਕੋਣਾਂ ਦਾ ਪਤਾ ਲੱਗ ਗਿਆ, ਆਪਾਂ ਭੁਜਾਵਾਂ ਕੱਢ ਸਕਦੇ ਹਾਂ। ਆਪਾਂ ਕੁਝ ਉਦਾਹਰਨਾਂ ਇਸ ਤੇ ਲੈ ਕੇ ਚੱਲਦੇ ਹਾਂ, ਕਿਉਂਕਿ ਕੁਐਸਚਨ ਤਾਂ ਸਮਝ ਆਣਗੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਹੋ। ABC LMN ਆ ਸਿੰਪਲ ਲੈ ਕੇ ਚੱਲ ਰਿਹਾ ਮੈਂ, ਇਹਦੇ ਬਰਾਬਰ ਇਹਦੇ ਬਰਾਬਰ। ਹਾਂਜੀ, ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਸੰਗਤ ਜੋੜਿਆਂ ਦੀ। AB ਸਿੰਗਲ ਲੱਗਿਆ ਹੋਇਆ ਇੱਕ ਟੱਕ, AB ਦੇ ਬਰਾਬਰ ਆ ਗਿਆ LM, BC ਦੇ ਬਰਾਬਰ ਆ ਗਿਆ LN ਜਾਂ NL, थर्ड AC ट्रिपल वाला दे बराबर, सिंगल वाला सिंगल दे, डबल वाला डबल दे, ट्रिपल वाला ट्रिपल दे। हुण संगत कौन, पहला जोड़ा AB, AB दे सामने कौन C, LM दे सामने कौन N, तो कौन C किहदे बराबर होना है, कौन
एन दे। ठीक, दूसरा BC किहदे बराबर आ गया? LN दे। BC दे सामने वाला कौन ते LN दे ये संगत ने। कौन A किहदे बराबर है? कौन M दे। थर्ड AC दे सामने आ गया कौन B, MN दे सामने आ गया कौन L। तो ये हो गए अपने कोले संगत हिस्से। ठीक, अगर आप त्रिकोण नूं सर्वंग सम लिखना है एक बार एक नाम पा लो जो तुहाडा मन है, ABC BAC CBA। हुण इहदा संगत किहड़ा बनू? A दा M है, B दा L है ते C दा N है। तो यदा जो संगत जोड़ा बनना है वो MLN बनना है ABC का। पर हो सकता है तुसी BAC लिख दो। अगर तुसी BAC लिख रहे हो तो उरे पहला B आ गया तो आप पहला B का हिस्सा लिख देंगे, फिर A है A का हिस्सा लिख देंगे, तो फिर आप C का हिस्सा लिख देंगे। तो इस तरीके दे नाल बड़ी आसानी दे नाल आपां सर्वंग समता ते गल करते हैं। हुण आपां गल करते हैं इहदे मापदंडां दी, मतलब किस तरीके दे नाल किन्ना शर्तां दे हिसाब नाल आपां दो त्रिकोणां नूं सर्वंग सम सिद्ध कर सकते हैं। मापदंड सब तो पहला यह स्वै सिद्ध है, एक्सियम आप ऑलरेडी गल कर चुके हैं। SAS साइड एंगल साइड, मतलब भुजा कोण भुजा। इत्थे देखो नाम दस रहा है, की दस रहा है? जिहड़ा कोण है भुजावां दे विचकार है। तो फिर की होया? एक त्रिकोण दियां दो भुजावां अते हुण कोण उहदे विचकार है, उन्हां विचकारला कोण, यही है ना। दूसरी त्रिकोण दियां संगत भुजावां, तो जिहड़े दो दियां संगत भुजावां होणगियां अते विचकारले कोण दे बराबर होवे। तो फिर इत्थे की कहा आपां नूं? एक त्रिकोण दियां दो भुजावां अते उन्हां दे विचकारला कोण। नंबर एक, देखो आ दो भुजावां इधर ले लिया, संगत नूं आपां की कीता? मैंने आ ले लिया, है ना। इन्हां दे विचकारला कोण आ गया, इन्हां दे विचकार कोण आ गया। कहंदे जदों एक त्रिकोण दियां दो भुजावां अते उन्हां दे विचकारला कोण दूजे त्रिकोण दियां संगत भुजावां, इहदी संगत आ होगी, इहदी संगत आ होगी ते विचकारले कोण दे बराबर होवे तां त्रिकोणां की हुंदियां ने? सर्वंग सम। इत्थे देखो नाम दसूगा, तुहानूं अलग अलग याद करने की लोड़ नहीं हैगी। जिहड़ा नाम है भुजा कोण भुजा, मतलब जिहड़ा कोण है वो भुजावां दे विचकार है। जिहड़ा कोण है वो की है? भुजावां दे की है? विचकार है। तो इस केस दे विच जो त्रिकोणां हुंदियां ने की हुंदियां ने? सर्वंग सम हुंदी है। कई बारी की करते आपां नूं, हुण उन्हां ने देता इहदे बराबर, की यह सर्वंग सम ने? देखते हैं। पहली भुजा उहदी संगत, दूजी भुजा उहदी संगत, उहदे विचकार कौन पिया? परंतु इस साइड ते कौन पिया? उदाहरण लेना मैं, फिर हत्थां ते आ रहा। आ दो उंगलां ते दो उंगलां देखो, इहदे विचकार आ कौन आ गया? हत्थ नूं देखो, हत्थ दी शेप आ चीज़ होगी। जदों तां यह गैप होगा बराबर, कुछ दिख रहा इधरों? नहीं दिख रहा। परंतु जदों दूजे पासे इहदा ऐं करता, मान लो इधर मैं ऐं करता, देखो ध्यान नाल, इधरों हत्थ दिखना शुरू हो गया, आ हिस्से तो दिखना शुरू हो गया ना।
क्योंकि शर्त की है, ਜਿਹੜੀਆਂ ਦੋ ਭੁਜਾਵਾਂ ਦੀ मैं गल कर रहा ਇੱਥੇ ਦੂਜੀ ਤੇ ਤੀਜੀ ਦੀ ਉਂਗਲ ਦੀ, ਉਹਦੇ ਵਿਚਕਾਰਲੀ ਸਪੇਸ ਵੀ ਕੀ ਹੋਣੀ ਚਾਹੀਦੀ ਹੈ, ਬਰਾਬਰ ਹੋਣੀ ਚਾਹੀਦੀ ਹੈ। ਅਗਰ ਉਹ ਤੋਂ ਬਿਨਾ ਹੋਰ ਸਪੇਸ ਵੱਧ ਗਈ, ਆ ਵਧਾਤੀ ਮੈਨੇ ਜਾਂ ਆ ਵਧਾਤੀ, ਤਾਂ ਫਿਰ ਉੱਥੇ ਕੀ ਹੋ ਜਾਊਗਾ, ਆਪਾਂ ਨੂੰ ਦੂਜਾ ਹਿੱਸਾ ਦਿਖਣਾ ਸ਼ੁਰੂ ਹੋ ਜਾਊਗਾ ਨਾ, ਤਾਂ ਤਿਕੋਣਾ ਸਰਵਾਂਗ ਸਮ ਨਹੀਂ ਹੁੰਦੀਆਂ। ਤਾਂ ਸ਼ਰਤ ਕੀ ਹੈ, ਦੋ ਭੁਜਾਵਾਂ ਦੇ ਵਿਚਕਾਰਲਾ ਕੋਣ ਕੀ ਹੋਣਾ ਚਾਹੀਦਾ ਹੈ, ਬਰਾਬਰ ਹੋਣਾ ਚਾਹੀਦਾ ਹੈ। ਇਹ ਹੋ ਗਿਆ ਆਪਣਾ ਪਹਿਲਾ ਮਾਪਦੰਡ SAS, ਭੁਜਾ ਕੋਣ ਭੁਜਾ, ਇਹ ਪਹਿਲਾ ਮਾਪਦੰਡ ਹੋ ਗਿਆ ਆਪਣਾ। ਹੁਣ ਮੈਂ ਚੱਲ ਰਿਹਾ ਦੂਜੇ ਮਾਪਦੰਡ ਤੇ, S ਸਾਈਡ ਸਾਈਡ ਸਾਈਡ, ਭੁਜਾ ਭੁਜਾ ਭੁਜਾ। ਤਾਂ ਇੱਥੇ ਕੀ ਆ ਗਿਆ, ਤਿੰਨੋਂ ਭੁਜਾਵਾਂ ਆ ਗਈਆਂ। ਇੱਕ ਤਿਕੋਣ ਦੀਆਂ ਤਿੰਨੋਂ ਭੁਜਾਵਾਂ ਦੂਸਰੀ ਤਿਕੋਣ ਦੀਆਂ ਤਿੰਨੋਂ ਸੰਗਤ ਭੁਜਾਵਾਂ ਦੇ ਬਰਾਬਰ ਹੋਵੇ। ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ, ਤਿਕੋਣਾ ਕੀ ਹੁੰਦੀਆਂ ਨੇ, ਸਰਵੰਗਸਾਂ। ਆ ਤਿਕੋਣ ਆ ਗਈ, ਆ ਇਹਦੇ ਬਰਾਬਰ, ਆ ਇਹਦੇ ਬਰਾਬਰ ਮੰਨ ਲਓ, ਆ ਇਹਦੇ ਬਰਾਬਰ ਹੋ ਗਈ। ਇੱਕ ਭੁਜਾ ਦੇ, ਦੂਜੀ ਭੁਜਾ ਦੇ, ਤੀਜੀ ਭੁਜਾ ਦੇ। ਤਾਂ ਜਦੋਂ ਤਿੰਨੋਂ ਭੁਜਾਵਾਂ ਆਪਸ ਦੇ ਵਿੱਚ ਬਰਾਬਰ ਹੋਣਗੀਆਂ ਤਾਂ ਤਿਕੋਣਾ ਕੀ ਹੁੰਦੀਆਂ ਨੇ, ਸਰਵੰਗਸਮ। ਸ਼ਾਰਟ ਫਾਰਮ ਚ ਆਪਾਂ ਕੀ ਲਿਖਦੇ ਹਾਂ, S। ਫਿਰ ਉਦਾਹਰਨ ਮੈਂ ਉਂਗਲਾਂ ਦੀ ਲੈ ਰਿਹਾ, ਦੇਖੋ, ਕਿਉਂਕਿ ਮੇਰੀ ਆ ਉਂਗਲ ਦਾ ਤੇ ਆ ਉਂਗਲ ਦਾ ਸਾਈਜ਼ ਬਰਾਬਰ ਹੈ, ਅੰਗੂਠੇ ਦਾ ਮੇਰੀ ਕੀ ਆਪਣੇ ਸਾਰਿਆਂ ਦਾ ਹੀ ਹੈ ਵੈਸੇ। ਵਿਚਾਲੜੀ ਉਂਗਲ ਦਾ ਵਿਚਾਲੀ ਦਾ, ਆ ਉਂਗਲ ਦਾ ਰਿੰਗ ਫਿੰਗਰ ਬੋਲਦੇ ਆ, ਇਹ ਚੀਚੀ ਹੋ ਗਈ। ਅਗਰ ਇੱਕ ਦਾ ਸਾਈਜ਼ ਛੋਟਾ ਰਹਿ ਜੇ, ਮੰਨ ਲਓ ਮੈਂ ਇਹਦਾ ਸਾਈਜ਼ ਛੋਟਾ ਕਰਤਾ, ਰੱਬ ਨਾ ਕਰੇ ਕੋਈ ਆਪਣੇ ਭਾਣਾ ਵਰਤ ਜਾਂਦਾ, ਕੋਈ ਉਂਗਲ ਕੱਟ ਜਾਂਦੀ ਐਕਸੀਡੈਂਟ ਦੇ ਵਿੱਚ, ਤਾਂ ਫਿਰ ਉਸ ਕੇਸ ਦੇ ਵਿੱਚ ਕੀ ਇਹ ਸਰਵੰਗਸਮ ਹੋਣਗੀਆਂ, ਨਹੀਂ। ਕਿਉਂ, ਆਹ ਦੋਨੇ ਬਰਾਬਰ ਨਹੀਂ ਹੈਗੀਆਂ, ਕਿਉਂਕਿ ਇਹ ਛੋਟੀ ਹੋ ਗਈ ਨਾ। ਤਾਂ ਫਿਰ ਸ਼ਰਤ ਕੀ ਹੋਗੀ, ਸਾਰੀਆਂ ਆਪਸ 'ਚ ਬਰਾਬਰ ਹੋਣਗੀਆਂ। ਇੱਥੇ ਤਾਂ ਕੋਣ ਤਾਂ ਫਿਰ ਆਟੋਮੈਟਿਕਲੀ ਬਰਾਬਰ, ਜਦੋਂ ਉਂਗਲਾਂ ਬਰਾਬਰ ਨੇ ਤਾਂ ਜਿਵੇਂ ਮਰਜ਼ੀ ਖੋਲੀ ਚੱਲੋ, ਵਿਚਾਲੇ ਗੈਪ ਵੀ ਕੀ ਹੋਣਗੇ, ਜਿਹੜੇ ਕੋਣ, ਕਿਉਂਕਿ ਜਿਹੜੇ ਓਬਵੀਅਸਲੀ ਜਿਹੜੇ ਗੈਪ ਨੇ ਇਹ ਆਪਣੇ ਕੋਣ ਹੈ, ਤਾਂ ਉਹ ਵੀ ਆਪਸ 'ਚ ਕੀ ਹੋਣਗੇ, ਫਿਰ ਬਰਾਬਰ ਹੋਣਗੇ। ਤਾਂ ਇਹ ਹੋ ਗਿਆ ਆਪਣਾ ਦੂਸਰਾ ਮਾਪਦੰਡ S। ਹੁਣ ਆਪਾਂ ਚੱਲਦੇ ਹਾਂ ਅਗਲੇ ਮਾਪਦੰਡ ਤੇ, ASA, एंगल साइड एंगल, कोण भुजा कोण। ਤਾਂ ਫਿਰ ਇਹਦਾ ਨਾਮ ਦੱਸ ਰਿਹਾ, ਜਿਵੇਂ ਆਪਾਂ SAS 'ਚ ਗੱਲ ਕੀਤੀ ਸੀ, ਉੱਥੇ ਕੋਣ ਵਿੱਚ ਸੀ, ਇੱਥੇ ਕੀ ਆ ਗਈ, ਭੁਜਾ ਵਿੱਚ ਆ ਗਈ। ਇੱਕ ਤਿਕੋਣ ਦੇ ਦੋ ਕੋਣ ਅਤੇ ਉਹਨਾਂ ਵਿਚਕਾਰਲੀ ਭੁਜਾ ਦੂਸਰੀ ਤਿਕੋਣ ਦੇ ਸੰਗਤ ਕੋਣ ਅਤੇ ਵਿਚਕਾਰਲੀ ਭੁਜਾ ਦੇ ਬਰਾਬਰ ਹੋਵੇ। ਤਾਂ ਉਸ ਕੇਸ ਦੇ ਵਿੱਚ ਤਿਕੋਣਾ ਕੀ ਹੁੰਦੀਆਂ ਨੇ, ਸਰਵੰਗਸਮ। ਦੇਖੋ ਆ ਕੋਣ ਮੰਨ ਲਓ ਇਹਦੇ ਬਰਾਬਰ ਹੈ, ਮੰਨ ਲਓ ਆ 40 ਹੈ, ਇਹ ਵੀ 40 ਹੈ, 80 ਹੈ। ਮੰਨ ਲਓ ਮੈਂ ਵੈਸੇ ਲਿਖ ਰਿਹਾ, ਮੈਨੂੰ ਪਤਾ ਐਕੂਰੇਸੀ ਨਹੀਂ ਆ ਰਹੀ, ਤੇ ਇਹਨਾਂ ਦੇ ਵਿਚਕਾਰਲੀ ਭੁਜਾ, ਇੱਕ ਕੋਣ ਦੂਜਾ ਕੋਣ ਤੇ ਉਹਨਾਂ ਦੇ ਵਿਚਕਾਰਲੀ ਭੁਜਾ ਬਰਾਬਰ ਹੋਵੇ ਤਾਂ ਤਿਕੋਣਾ ਹੁੰਦੀਆਂ ਸਰਵੰਗਸਮ। ਲੋ ਜੀ, ਫਿਰ ਉੱਥੇ ਆ ਗਿਆ ਮੈਂ ਆ ਚੀਜ਼, ਆ ਗੈਪ ਕੋਣ ਹੈ, ਤੇ ਆ ਸਾਈਜ਼ ਬਰਾਬਰ, ਠੀਕ। ਆ ਦੇਖੋ, ਹੈ ਨਾ,
क्योंकि जे इधरों कोण छोटा वड्डा रह गया तो फिर उत्थे की हो जाऊगा, ਸਰਵੰਗ ਸਮਤਾ नहीं रहनी, ओवरलैपिंग नहीं रहनी, तो उस केस दे विच ਸਰਵੰਗ ਸਮਤਾ नहीं होनी। तो शर्त की हो गया ASA, कोण भुजा कोण। इत्थे की हुंदा है, कई बारी एक एग्जाम्पल मैं होर ले रहा इत्थे, इंपॉर्टेंट चीज़, आ भुजा मान लो आ है, इत्थे हो गया 80, ये हो गया 80, ये हो गया सपोज 60, ये हो गया सपोज 40। तक की यह दो तिकोना ਸਰਵੰਗ ਸਮ है? कि यह दो तिकोना ਸਰਵੰਗ ਸਮ है? ਆਪਾਂ ਚੈੱਕ ਕਰਦੇ ਹਾਂ। ਤੁਸੀਂ ਕੀ ਦੇਖਿਆ, ਤੁਸੀਂ ਕਹੋਗੇ ਕੋਣ ਬਰਾਬਰ ਨਹੀਂ ਹੈਗੇ, ਪਰ ਆਪਾਂ ਨੂੰ ਇੱਕ ਗੱਲ ਪਤਾ ਹੈ, ਤਿਕੋਣ ਦੇ ਤਿੰਨੇ ਕੋਣਾਂ ਦਾ ਜੋੜ 180 ਹੁੰਦਾ ਹੈ। ਆ 80 ਹੈ, ਆ 60 ਹੈ, ਦੋਹਾਂ ਨੂੰ ਜੋੜ ਕੇ 180 ਚੋਂ ਘਟਾਓ, ਤੇ ਇਹਨੂੰ 180 ਚੋਂ ਘਟਾਵਾਂਗੇ, ਇਹ ਕੋਣ ਕਿੰਨੇ ਦਾ ਆ ਗਿਆ? 40 डिग्री ਦਾ ਆ ਗਿਆ। ਹੁਣ ਦੇਖੋ ਕੀ ਇਹ ਸਰਵੰਗ ਸਮ ਹੈਗੇ ਹੈ? ਕਿਉਂ? 80 80 ਦੇ ਬਰਾਬਰ, 40 40 ਦੇ ਬਰਾਬਰ, ਵਿਚਕਾਰਲੀ ਭੁਜਾ ਬਰਾਬਰ। ਤਾਂ ਉਸ ਕੇਸ 'ਚ ਧਿਆਨ ਜ਼ਰੂਰ ਰੱਖਣਾ ਹੈ, ਕਿਉਂਕਿ ਜਦੋਂ ਕੋਣਾਂ ਦੇ ਸੰਬੰਧ 'ਚ ਕੰਮ ਹੋ ਜਾਂਦਾ ਹੈ ਤਾਂ ਆਪਾਂ ਤੀਸਰਾ, ਕਿਉਂਕਿ ਦੋ ਕੋਣ ਆਪਾਂ ਨੂੰ ਦਿੱਤੇ ਹੈਗੇ ਨੇ, ਆਪਾਂ ਤੀਸਰਾ ਕੋਣ ਕੱਢਣਾ ਹੈ। ਤਾਂ ਫਿਰ ਉੱਥੇ ਜ਼ਰੂਰ ਪਹਿਲਾਂ ਜਿਹੜੀ ਆਪਾਂ ਐਂਗਲ ਸਮ ਪ੍ਰੋਪਰਟੀ ਦੀ ਪਿਛਲੇ ਚੈਪਟਰ 'ਚ ਗੱਲ ਕਰਕੇ ਆਏ ਸੀ, ਉਹ 'ਤੇ ਜ਼ਰੂਰ ਡਿਸਕਸ ਕਰਾਂਗੇ। ਉਸ ਤੋਂ ਬਾਅਦ ਕੀ ਕਰਾਂਗੇ, ਆਪਾਂ ਉਸ 'ਤੇ ਵਰਕ ਕਰਾਂਗੇ। ਤੇ ਜੋ ਲਾਸਟ ਮਾਪਦੰਡ ਹੈ RHS, राइट एंगल, हाइपोटेन्यूज, साइड, समकोण 90 डिग्री, करण ते भुजा। हुण जिहड़ी ये भुजा है लंब जां आधार, क्योंकि त्रिकोण दी जो समकोणी त्रिकोण दी भुजावां की गल करते हैं तो वह लंब या आधार होंदी है। नाम दस रहा है, जिहड़ी ये शर्त है, मापदंड है, ये किहड़ी त्रिकोण ते है? समकोणी त्रिकोण ते है। तो एक समकोणी त्रिकोण दे विच आ रही, मान लो एक तो समकोण होवे, कर्ण बराबर होवे, ते एक भुजा वो कोई भी हो सकती है, मान लो आह इहदे बराबर होगी। तो उस केस दे विच त्रिकोणा की होणगीਆਂ ਸਰਵੰਗ ਸਮ। कारण सीधी जी गल है, ਆਪਾਂ ਨੂੰ ਪਤਾ ਹੈ ਸਮਕੋਣ त्रिकोण ਦੇ ਵਿੱਚ ਆਪਾਂ ਪਾਈਥਾਗੋਰਸ ਲੱਭ ਸਕਦੇ ਹਾਂ। ਉਦਾਹਰਨ ਦੇ ਤੌਰ ਤੇ ਮੰਨ ਲਓ ਆਹ 5 ਹੈ, ਆਹ 5 ਹੈ, ਆਹ 4 ਹੈ, ਆਹ 4 ਹੈ, ਇਹ 90 ਹੈਗਾ ਹੀ ਹੈ। ਤੇ ਜਦੋਂ ਆਪਾਂ ਪਾਈਥਾਗੋਰਸ ਥਿਓਰਮ ਲਗਾਵਾਂਗੇ, ਕਰਨ ਦੀ 2 ਬਰਾਬਰ ਲੰਬ ਦੀ 2 ਪਲੱਸ ਆਧਾਰ ਦੀ 2, ਆਪਾਂ ਸਾਰਿਆਂ ਨੂੰ ਵਰਤਣੀ ਆਉਂਦੀ ਹੈ। ਤਾਂ ਜਦੋਂ ਇਹਨੂੰ ਹੱਲ ਕਰਾਂਗੇ, ਹੱਲ ਕਰਕੇ ਆਹ 3 ਸੈਂਟੀਮੀਟਰ ਆ ਜਾਣੀ ਹੈ, 3 ਸੈਂਟੀਮੀਟਰ ਆ ਜਾਣੀ ਹੈ ਨਾ। ਤਾਂ ਦੇਖੋ, ਚਾਹੇ ਤਾਂ SS ਬਣ ਗਿਆ, ਜਿਵੇਂ ਮਰਜ਼ੀ ਬਣਾ ਲਓ, SAS बना लो, ਤੁਹਾਡੀ ਮਰਜ਼ੀ ਹੈ। ਇਹਨੂੰ RHS ਨਾਲ। ਤਾਂ ਇੱਕ ਸਮਕੋਣੀ त्रिकोण 'ਚ ਜਦੋਂ ਆਪਾਂ ਨੂੰ 90 ਸਮਕੋਣੀ ਹੈ ਤਾਂ 90 ਡਿਗਰੀ ਤਾਂ ਆਟੋਮੈਟਿਕਲੀ ਹੋ ਹੀ ਗਿਆ, ਇਹਦਾ ਤਾਂ ਕਨਸੈਪਟ ਹੀ ਖਤਮ ਹੋ ਗਿਆ। ਤੇ ਜਦੋਂ ਕਰਨ ਜਾਂ ਇਹ ਕਹਿ ਸਕਦੇ ਹੋ ਦੋ ਭੁਜਾਵਾਂ ਬਰਾਬਰ ਮਿਲ ਗਈਆਂ, ਤਾਂ ਤੀਜੀ ਆਟੋਮੈਟਿਕਲੀ ਪਾਈਥਾਗੋਰਸ ਥਿਓਰਮ ਨਾਲ ਕੀ ਹੋਣੀ ਹੈ? ਬਰਾਬਰ ਹੋਣੀ ਹੈ। ਤਾਂ ਉਸ ਕੇਸ ਦੇ ਵਿੱਚ त्रिकोणा ਕੀ ਹੋ ਗਈਆਂ? ਸਰਵੰਗ ਸਮ। ਤਾਂ ਆਪਾਂ ਦੇਖੋ 4 ਮਾਪਦੰਡਾਂ ਤੇ ਗੱਲ ਕਰ ਰਹੇ ਹਾਂ, SAS, SSS, ASA ਤੇ RHS। अगले लैक्चर च आपां 1 बाय 1 इन्हां दे क्वेश्चनस ते गल करांगे। थैंक यू।